हेलो एवरीवन, वेलकम ही ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ट्रांजिस्टर पीएनपी ट्रांजिस्टर ਆਪਾਂ ਪਿਛਲੀ ਵੀਡੀਓ 'ਚ ਸਮਝ ਲਏ ਸੀ। ਹੁਣ ਆਪਾਂ ਕੁਝ ट्रांजिस्टर ਕਰੈਕਟਰਿਸਟਿਕਸ ਕਰਵਸ ਦੇਖਾਂਗੇ। ਠੀਕ ਹੈ, ਦੇਖਦੇ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਹੁੰਦੀ ਸਾਡੇ ਕੋਲ, ਕਾਮਨ ਬੇਸ ਕਰੈਕਟਰਿਸਟਿਕਸ, ਕਾਮਨ ਐਮਿਟਰ ਕਰੈਕਟਰਿਸਟਿਕਸ ਐਂਡ ਕਾਮਨ ਕਲੈਕਟਰ। ਦੇਖੋ ਮਤਲਬ ਤੁਸੀਂ ਬੇਸ ਨੂੰ ਕਾਮਨ ਕਰ ਸਕਦੇ ਹੋ, ਐਮਿਟਰ ਨੂੰ ਕਾਮਨ ਕਰ ਸਕਦੇ ਹੋ ਜਾਂ ਕਲੈਕਟਰ ਨੂੰ। ਬਹੁਤ ਈਜ਼ੀ ਹੈ, ਡਾਇਗਰਾਮ ਧਿਆਨ ਨਾਲ ਸਮਝੋ। ਦਿਸ ਇਜ਼ ਦਾ ਸਿੰਬਲ ਆਫ ट्रांजिस्टर। ਹਮੇਸ਼ਾ ਜਿਹੜਾ ਆਰਡਰ ਰਹੇਗਾ ਐਮਿਟਰ ਬੇਸ ਕਲੈਕਟਰ ਹੀ ਰਹੇਗਾ। ठीक है, यानी एमिटर फिर बेस फिर कलैक्टर। हुण इहदे विच देखो बेस नूं कॉमन करता, कॉमन वाली चीज़ इत्थे रहेगी। ठीक है, इधर इनपुट होएगी, इधर आउटपुट। हुण इसी चीज़ नूं उल्टा दो, देखो एमिटर बेस कलैक्टर, ऑर्डर तो सेम रहा, बस इत्थे जिहड़ी चीज़ इत्थे आएगी ना दैट मीनस वो कॉमन हो गई। बेस लिए भी एमिटर कॉमन है, कलैक्टर लिए भी कॉमन। समझदे, ये चीज़ मतलब कॉमन करती, कॉमन वाला सिंबल इत्थे हो गया। इनपुट इधर रहेगी, आउटपुट इधर। देखो एमिटर बेस कलैक्टर, ऑर्डर सेम रहा, एमिटर तो बाद बेस आएगा फिर कलैक्टर आएगा। ये कॉमन की कर दिता, कलैक्टर। ठीक है, ये मेन चीज़ है जिहड़ी तुहानूं पहलां पता होनी चाहिए। इन्हां चों पेपर च बहुत सारे क्वेश्चन जिहड़े पूछे जाते, जिन्हां असीं अगे एक्सप्लेन करके नहीं करैक्टरिस्टिक्स पढ़ांगे। ठीक है, फरदर ये हैगियां दो तरह ਦੀਆਂ स्टैटिक करैक्टरिस्टिक्स एंड डायनामिक। स्टैटिक्स ਦੇ ਵਿੱਚ ਕੀ ਹੁੰਦੀਆਂ, these are the characteristics of transistor when it is operated under the effect of DC voltage only। ਜਦੋਂ ਸਿਰਫ DC voltage ਹੈਗੀ, ਬਟ ਜਦੋਂ DC ਤੇ AC ਦੋਨੀ ਵੋਲਟੇਜ ਦੇ ਅੰਦਰ ਇਹਨੂੰ ਆਪਰੇਟ ਕਰਦੇ ਹਾਂ ਦੈਨ ਇਹ ਡਾਇਨਾमिक ਕਰੈਕਟਰਿਸਟਿਕਸ ਆ। ठीक है, बाकी तुहानूं पता है एमिटर हमेशा फॉरवर्ड बाइस हुंदा, कलैक्टर रिवर्स बाइस। ये कोई वो नहीं न्यू नहीं हैगा तुहाडे लई। फस्ट असीं पढ़ांगे कॉमन बेस स्टैटिक्स करैक्टरिस्टिक्स, कॉमन बेस दी। ठीक है, दिस इज इंपॉर्टेंट। पहला स्टडी करते हैं आपां। देखो डायग्राम बहुत ईजी है, सर्किट डायग्राम्स भी इहदियां बहुत ईजी है। सब तो पहला सिंबल बना लिया। ठीक है, इस भी दो तरह PNP NPN। देखो एमिटर बेस कलैक्टर, दिस इज PNP। देखो इत्थे स्टार्ट करना हमेशा PNP। देखो PNP ਤੇ ਮੈਂ ਤੁਹਾਨੂੰ ਪਹਿਲੇ ਦੱਸਿਆ ਸਾਈਨ ਹਮੇਸ਼ਾ ਪੋਜ਼ਿਟਿਵ ਤੋਂ ਕਿੱਧਰ ਆਣਾ, ਨੈਗੇਟਿਵ। ਐਰੋ ਜਿਹੜਾ ਇਹ ਐਰੋ ਦਾ ਧਿਆਨ ਰੱਖਣਾ। ਠੀਕ ਹੈ, ਪੋਜ਼ਿਟਿਵ ਟੂ ਨੈਗੇਟਿਵ ਤੇ ਹਮੇਸ਼ਾ ਫਾਰਵਰਡ ਵਾਈਸ ਹੋਏਗਾ। ਹੁਣ ਇਹ P ਆ, P ਕਿਹਨਾਂ ਕਨੈਕਟ ਹੋਏਗਾ ਹਮੇਸ਼ਾ ਪੋਜ਼ਿਟਿਵ ਨਾਲ। ਫਾਰਵਰਡ ਮਤਲਬ ਪੋਜ਼ਿਟਿਵ ਨਾਲ। ਕਲੈਕਟਰ ਕੀ ਆ P, ਬਟ ਪੋਜ਼ਿਟਿਵ ਹੁਣ ਕਿਹਨਾਂ ਕਨੈਕਟ ਹੋਏਗਾ ਜਾ ਕੇ, ਨੈਗੇਟਿਵ ਨਾਲ। ਕਲੀਅਰ, ਦੇਖੋ ਪਿਛਲੇ ਕਨਸੈਪਟ ਲੱਗਦੇ ਪਏ। ਦਿਸ ਇਜ਼ ਫਾਰਵਰਡ ਵਾਈਸ। ਫਾਰਵਰਡ ਮਤਲਬ ਜੇ ਪੋਜ਼ਿਟਿਵ ਯਾਨੀ PNP, ਜਿਵੇਂ NPN ਬਣਾਉਂਦੀ ਇਹ ਤਾਂ PNP है ना। जे मेरा मन होंदा मैं ये NPN ਚੱਕਣਾ ਸੀ। ठीक है, NPN फिर ये नैगेटिव इधर नैगेटिव ਨਾਲ कनैक्ट होना सी फॉरवर्ड ਦੇ ਵਿੱਚ। ठीक है, सर्किट ईजी हैगे ने। ठीक है, ਹੁਣ ਇਹ PNP ਅਸੀਂ ਕੀਤਾ। ठीक है, सेम ही फंक्शनिंग होएगी ਇਹਨਾਂ ਦੀ, बस ਜਿਹੜਾ ਫਰਕ ਪਏਗਾ PNP ਦੇ ਵਿੱਚ ਦਾ ਹੋਲ ਜਿਹੜੇ ਕਰੰਟ ਕੈਰੀਅਰ ਹੁੰਦੇ, ਦੂਸਰੇ ਚ ਇਲੈਕਟ੍ਰੋਨਸ ਹੁੰਦੇ ਆ, ਆਪਾਂ ਪਿੱਛੇ ਸਮਝ ਚੁੱਕੇ। PNP ਫਾਰਵਰਡ ਵਾਈਸਿੰਗ ਇੱਧਰ ਹੋ ਗਈ, ਯਾਨੀ ਪੋਜ਼ਿਟਿਵ ਦੇ ਨਾਲ ਕਨੈਕਟ। ਕਲੈਕਟਰ ਅਗੇਨ ਪੋਜ਼ਿਟਿਵ ਆ, ਦੈਨ ਇੱਥੇ ਪੋਜ਼ਿਟਿਵ ਜਿਹੜਾ ਆ ਉਹ ਨੈਗੇਟਿਵ ਦੇ ਨਾਲ ਕਨੈਕਟ। ਕਲੀਅਰ। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਦੇਖਾਂਗੇ ਆਪਾਂ ਇਨਪੁਟ ਕਰੈਕਟਰਿਸਟਿਕਸ ਕਿਹੜੀਆਂ ਹੈਗੀਆਂ। ਮੇਨ ਇਹਨਾਂ ਚੋਂ ਹੀ ਪੁੱਛਿਆ ਜਾਣਾ ਕਿ ਇਨਪੁਟ ਕਰੈਕਟਰਿਸਟਿਕਸ, ਆਊਟਪੁੱਟ। ਇਨਪੁੱਟ ਬਾਰੇ ਸਟੱਡੀ ਕਰਨਾ ਤੇ ਆਊਟਪੁੱਟ। ਦੇਖੋ ਜਦੋਂ ਗੱਲ ਹੁੰਦੀ ਇਨਪੁਟ ਕਰੈਕਟਰਿਸਟਿਕਸ ਦੀ, ਉਦੋਂ ਜਿਹੜਾ ਆ ਦੇਖੋ ਇਨਪੁੱਟ 'ਚ ਧਿਆਨ ਨਾਲ ਦੇਖੋ, ਦਿਸ ਇਜ਼ ਦਾ ਐਮਿਟਰ ਕਰੰਟ। ਠੀਕ ਹੈ, ਦਿਸ ਇਜ਼ ਐਮਿਟਰ ਬੇਸ। ਤੁਸੀਂ ਇਹ ਤਾਂ ਯਾਦ ਰੱਖਿਓ, ਬੇਸ ਹਮੇਸ਼ਾ ਨਾਲ ਜਿਹੜੀ ਵੀ ਚੀਜ਼ ਕਾਮਨ ਆ ਨਾ ਉਹ ਇੱਧਰ ਨਾਲ ਆਏਗੀ। ਐਮਿਟਰ ਬੇਸ बैटरी ਜਿਹੜੀ ਲਾਈ ਹੈ ਉਹਦੀ ਵੋਲਟੇਜ। ਸੋ ਇਨਪੁੱਟ ਦੇ ਕੇਸ 'ਚ ਗ੍ਰਾਫ ਕਿਹਦੇ ਵਿੱਚ ਬਣੇਗਾ, ਐਮਿਟਰ ਬੇਸ ਵੋਲਟੇਜ ਐਂਡ ਐਮਿਟਰ ਕਰੰਟ ਦੇ ਵਿਚਕਾਰ। ਪੇਪਰ 'ਚ ਜੇ ਪੁੱਛਿਆ ਗਿਆ ਇਹੀ ਪੁੱਛਿਆ ਜਾਂਦਾ ਇਨਪੁੱਟ ਦੇ ਵਿੱਚ ਗ੍ਰਾਫ ਕਿਹਦੇ ਵਿੱਚ ਡਰਾ ਹੁੰਦਾ। ਦੇਖੋ ਮੈਂ ਤੁਹਾਨੂੰ ਇਹ ਸਾਰੇ ਇੱਕੋ ਹੀ ਵੇ ਨਾਲ ਸਾਰੇ ਸਮਝਾ ਦਾਂਗੇ, ਤੁਹਾਨੂੰ ਈਜ਼ੀਲੀ ਸਮਝ ਆ ਜਾਣਗੇ। ਕੋਈ ਡਿਫਿਕਲਟ ਨਹੀਂ ਹੈਗਾ ਇਹਨਾਂ ਨੂੰ, ਕੋਈ ਕਰੈਮਿੰਗ ਨਹੀਂ, ਕੋਈ ਕੁਛ ਨਹੀਂ। ਮਤਲਬ ਇੱਕ ਵੇ ਆ, ਜੇ ਉਹ ਸਮਝ ਲਓ ਕਿ ਇਨਪੁੱਟ ਕਿੱਧਰੋਂ, ਇਨਪੁੱਟ ਕਰੈਕਟਰਿਸਟਿਕਸ ਪੜ੍ਹਨੀ ਹੈ ਤਾਂ ਇਨਪੁੱਟ ਨੂੰ ਗ੍ਰਾਫ ਦੇ ਵਿੱਚ ਡਰਾ ਕਰੋਗੇ। ਇਨਪੁੱਟ ਨੂੰ ਦੇਖੋਗੇ ਕਿ ਇਹਦੀ ਚੀਜ਼ ਦੇ ਵਧਣ ਨਾਲ ਇਨਪੁੱਟ ਕਿੱਦਾਂ ਵਧੀ। ਠੀਕ ਹੈ, ਸੋ ਇਹਦੇ ਵਿੱਚ ਕੀ ਹੋਇਆ, ਇੱਕ ਗ੍ਰਾਫ ਸ਼ੋਇੰਗ ਅ ਰਿਲੇਸ਼ਨਸ਼ਿਪ ਬਿਟਵੀਨ ਐਮਿਟਰ ਬੇਸ ਵੋਲਟੇਜ। ਦੇਖੋ ਐਮਿਟਰ ਬੇਸ ਵੋਲਟੇਜ ਐਂਡ ਐਮਿਟਰ ਦਾ ਕੀ ਹੋ ਗਿਆ, ਕਰੰਟ। ਉਸ ਟਾਈਮ ਹਮੇਸ਼ਾ ਇੱਕ ਚੀਜ਼ ਕਾਂਸਟੈਂਟ ਰਹੇਗੀ ਜਦੋਂ ਤੁਸੀਂ ਇਨਪੁੱਟ ਦੇ ਵਿੱਚ ਗ੍ਰਾਫ ਡਰੋ ਕਰਦੇ ਹੋ। ਠੀਕ ਹੈ, ਜਦੋਂ ਇਨਪੁੱਟ ਦੇ ਵਿੱਚ ਗ੍ਰਾਫ ਡਰੋ ਕਰਦੇ ਹੋ ਤਾਂ ਜਿਹੜੀ ਆਊਟਪੁੱਟ ਦੇ ਟੂਵਰਡਸ ਵੋਲਟੇਜ ਯਾਨੀ ਕਲੈਕਟਰ ਬੇਸ ਵੋਲਟੇਜ ਉਹ ਕੀ ਰਹੇਗੀ, ਕਾਂਸਟੈਂਟ ਰਹੇਗੀ। ਠੀਕ ਹੈ, ਭਾਵੇਂ ਕਾਮਨ ਐਮਿਟਰ ਕਰਾਂਗੇ ਭਾਵੇਂ ਕਾਮਨ ਬੇਸ ਕਰਾਂਗੇ, ਇਹ ਚੀਜ਼ਾਂ ਦੇਖਿਓ ਅੱਗੇ ਸੇਮ ਹੁੰਦੀਆਂ ਜਾਣਗੀਆਂ। ਇਨਪੁੱਟ ਦੀ ਸਟੱਡੀ ਕਰਨੀ ਸੀ, ਗ੍ਰਾਫ ਬਿਟਵੀਨ V ਐਂਡ I ਯਾਨੀ ਵੋਲਟੇਜ ਵਰਸਿਸ ਕਰੰਟ, ਜਿਹੜਾ ਅਸੀਂ ਗ੍ਰਾਫ ਡਰਾ ਕਰਦੇ ਹਾਂ। ਹੁਣ ਇਨਪੁੱਟ ਦੇਖੋ ਪੇਪਰ 'ਚੋਂ ਨਹੀਂ ਬੋਲਤਾ ਕਾਮਨ ਬੇਸ ਤੁਸੀਂ 2 ਮਿੰਟ ਲਾਣੇ ਗ੍ਰਾਫ ਡਰਾ ਕਰਨ ਨੂੰ ਕਿ ਬੇਸ ਇੱਥੇ ਆਏਗਾ ਤੇ ਸਾਨੂੰ ਪਤਾ ਆਰਡਰ ਕੀ ਹੁੰਦਾ, ਐਮਿਟਰ ਬੇਸ ਕਲੈਕਟਰ, ਇਹੀ ਆਰਡਰ ਹੁੰਦਾ। ਤੇ ਤੁਹਾਨੂੰ ਪਤਾ ਐਮਿਟਰ ਫਾਰਵਰਡ ਵਾਈਸ ਹੈ, ਇੱਧਰ ਕਿੰਨਾ ਕਨੈਕਟ ਹੋਏਗਾ, ਪੋਜ਼ਿਟਿਵ ਨਾਲ। ਜੇ PNP ਹੈ ਦੱਸਿਆ ਹੋਏਗਾ ਉਹਨੇ PNP, ਤੇ ਇਹ ਕਿੰਨਾ ਹੋਏਗਾ, ਨੈਗੇਟਿਵ ਨਾਲ ਕਨੈਕਟ ਹੋਏਗਾ। ਫਿਰ ਤੁਹਾਨੂੰ ਇਹ ਵੀ ਪਤਾ ਆ ਕਿ ਹਾਂਜੀ ਇਹ ਐਮਿਟਰ ਇੱਧਰ ਐਮਿਟਰ ਦਾ ਕਰੰਟ ਹੋਏਗਾ, ਇੱਧਰ ਵੋਲਟੇਜ ਹੋਏਗੀ, ਇਹ ਕਾਮਨ ਆ। ਕਾਮਨ ਹਮੇਸ਼ਾ ਚੀਜ਼ ਨਾਲ ਲੈਣੀ। ਠੀਕ ਹੈ, ਜਿੱਦਾਂ ਇੱਧਰ ਕਾਮਨ ਲਈ ਹੈ। ਸੋ ਇਨਪੁੱਟ ਦੇ ਵਿੱਚ ਇਹ 'ਚ ਗ੍ਰਾਫ ਡਰਾ ਹੋ ਜਾਣਾ ਤੇ ਇੱਧਰ ਵਾਲੀ ਜਿਹੜੀ ਦੇਖੋ ਕਲੈਕਟਰ ਬੇਸ ਆ ਉਹ ਵੋਲਟੇਜ ਕੀ ਹੋ ਜਾਣੀ, ਕਾਂਸਟੈਂਟ ਹੋ ਜਾਣੀ।
क्लीयर। इनू कॉन्सटेंट करके इन्हां दोनों च तुसीं की ड्रॉ कर लेना, ग्राफ ड्रॉ कर लेना, क्लीयर। सो नैक्सट इदां ही असीं आउटपुट दियां भी देखांगे करैक्टरिस्टिक्स जिहड़ियां, ठीक है। सो ये ग्राफ हैगा, ये ग्राफ भी देख लो, ठीक है। ये वाला जिहड़ा जा रहा, ਇਹਦਾ कंक्लूजन कुछ के देख लेने। द एमिटर करंट इज 0 इफ एमिटर बेस जंक्शन इज रिवर्स बाइस। जे तुसी इनू ही रिवर्स बाइसिंग कर दी तो करंट की हो जाना 0, क्योंकि इनू तो असीं फॉरवर्ड बाइस रखते हैं, फिर ही करंट होएगा ना, ठीक है। सो ये ध्यान रखना। द ऑपरेटिंग रीजन ऑफ ट्रांजिस्टर एमिटर बेस जंक्शन है, ऑपरेट करने तुहानूं उहनूं फॉरवर्ड बाइस करना पैना, ठीक है। सो ये कुछ चीज़ां हैगियां, ज़्यादा नहीं ये आपां करना, मेन इनपुट आउटपुट चो ही क्वेश्चन जिहड़े आ पुट हो जांदे आ। नैक्सट इज आउटपुट करैक्टरिस्टिक्स। हुण देखो आउटपुट किहदे विचकार आ, जे ध्यान नाल देखिया जावे असीं आउटपुट देखनी है, आउटपुट किधर मिलेगी सानूं, इधर ही मिलेगी, यानी इधर कलैक्टर का करंट होएगा, इधर कलैक्टर है, इदी CB कलैक्टर बेस वोल्टेज होएगी, ठीक है। यानी ग्राफ के ड्रॉ करोगे IC वर्सिस VCV, बट यह ध्यान रखियो जिद्दां असीं इनपुट पता करदे सी तां आउटपुट वोल्टेज कॉन्सटेंट रखदे सी ना, बस यही फर्क है। जो आउटपुट करंट सी पता करोगे ना, दैन तुसीं कॉन्सटेंट की रखोगे, इधर वाला इनपुट दा करंट, बस ये चीज़ रखनी। इस केस च एमिटर करंट जिहड़ा है वो की होएगा, कॉन्सटेंट होएगा। सो दिस इज द ग्राफ, ठीक है। ये रिलेशनशिप दसदा बिटवीन द कलैक्टर बेस वोल्टेज एंड कलैक्टर करंट, यानी कलैक्टर बेस की वोल्टेज आउटपुट वाली कलैक्टर करंट ते कॉन्सटेंट की रखना एमिटर करंट। जो ये तुहाडे दिमाग 'च इमेज बैठ गई ना, तुहानूं ये बिल्कुल चीज़ां औखियां नहीं लगणगियां, ठीक है। ये कुछ ज़्यादा औखियां नहीं हैगियां। सो ये ग्राफ कुछ इदां दा जांदा, ठीक है। ये 3 रीजन बनते, एक्टिव रीजन, सैचुरेशन रीजन एंड कट ऑफ रीजन। ये बारे माड़ा देख लें। इन दिस रीजन कलैक्टर जंक्शन इज रिवर्स बाइस। सानू पता कि कलैक्टर जंक्शन वैसे भी कलैक्टर जिहड़ा की हुंदा रिवर्स बाइस हुंदा ना, ठीक है। बट इहदे विच इहने की कीता है, दस्सिया होया तुहानू कल्ले रीजन बारे, जिहदे अकॉर्डिंग उहने ग्राफ दे विच अलग-अलग रीजन पाए, ठीक है। इन दिस रीजन कलैक्टर जंक्शन इज रिवर्स बाइस एंड एमिटर जंक्शन इज फॉरवर्ड बाइस। एक्टिव रीजन च की हुंदा आ, जिहड़ा कलैक्टर जंक्शन आ वो तो रिवर्स बाइस रहिंदा, बट एमिटर जंक्शन की हुंदा फॉरवर्ड बाइस। यानी ये सिंपल वाले लिए गल कीती है। एंड कलैक्टर करंट IC अप्रॉक्सीमेटली इक्वल टू एमिटर करंट, यानी ये कलैक्टर ते एमिटर करंट जिहड़े आ कह लो अप्रॉक्सीमेटली इक्वल हुंदे, ठीक है। द कर्व ऑलमोस्ट फ्लैट होंगी, देखो ये ऑलमोस्ट एक फ्लैट कर्व है एक्टिव रीजन च, कुछ ज़्यादा कर्व नहीं ये हैगी, ठीक है, ऑलमोस्ट फ्लैट। दिस इंडिकेट दैट IC इंक्रीजेज ओनली स्लाइटली एज BCB इंक्रीजेज। जिद्दे तुसी कलैक्टर बेस वोल्टेज वधाओगे उदी बहुत स्लाइटली जा थोड़ा की होएगा IC दे विच भी इंक्रीज होएगा, ठीक है। तो जो तुहाडे कोल IE 0 हो गया तो ट्रांजिस्टर किद्दां बिहेव करेगा, सिंपल जंक्शन डायोड की तरह, ठीक है। जे तुसी जिन्हां ने ये चीज़ नहीं भी करनी हो, इन्नी चीज़ जरूर याद रखियो कि मेनली क्वेश्चन इन्हां च आ जांदा, ये भी थोड़ा थोड़ा याद रख लियो। सैचुरेशन रीजन दे विच की हो गया, बोथ एमिटर एंड कलैक्टर, हुण ये दोनों सैचुरेशन रीजन च की हो गया, दोनों फॉरवर्ड वाइस हो गए, एमिटर एंड कलैक्टर जंक्शन, ठीक है। इन्ना कि याद रख लेने, ये ज़्यादा नहीं, तुसी बहुत चीज़ां नहीं याद रखनियां। कट ऑफ रीजन दे विच की हो गया, बोथ एमिटर एंड कलैक्टर जंक्शन इज रिवर्स बाइस। जिहड़ा कट ऑफ रीजन आएगा उहदे विच की हो जाणगे, दोनों की हो जाणगे रिवर्स बाइस। सैचुरेशन च दोनों फॉरवर्ड वाइस, एक्टिव रीजन च एक कलैक्टर जिहड़ा रिवर्स जिद्दां हुंदा ही, एमिटर की हुंदा फॉरवर्ड वाइस हुंदा। इहदे विच असीं ऑन ऑफ पोजीशनस देखदे हां, ठीक है। सो कुछ ज़्यादा नहीं करना, बस ये 3 चीज़ां तो ही याद रखनियां, ये नोट्स के लिए सफिशिएंट है ये चीज़ां। बाकी तुहानूं जो मास्टर किडो के क्वेश्चन भी दिखावांगी, तुहानूं काफ़ी चीज़ां पता चल जाएंगी। हुण देखो इनू कंपेयर करके देखियो, जिद्दां असीं कॉमन उसलों की कीता आपां, कॉमन बेस हुण की हो गया, कॉमन एमिटर बेस कलैक्टर, ऑर्डर इत्थे की है PNP साइन हमेशा पॉजिटिव टू एरो की रहेगा नैगेटिव। बेस दे कोल बेस करंट होएगा, इधर देखो ये हमेशा की होना तुहाडे कोल फॉरवर्ड की रिवर्स, इन्हें फॉरवर्ड वाइसिंग आप लेने ना, तो नैगेटिव टर्मिनल्स नाल कनैक्ट होंगे। हुण इहदे कोल नैगेटिव आ गया ना, PNP के अकॉर्डिंग स्टार्टिंग हमेशा मीटर तो करनी, PNP ये नैगेटिव आ गया, नैगेटिव दे नाल कनैक्ट। हुण देखो P पॉजिटिव, ठीक है, रिवर्स वाइस करना इनू, ये नैगेटिव ना कनैक्ट हो जाएगा, ठीक है। जिन्हें ये चीज़ पल्ले पैगी उसके लिए कुछ डिफिकल्ट नहीं है। ये बेस करंट इदी बेस एमिटर हो गया, E फॉर एमिटर क्यों ना लगाया, क्योंकि इत्थे देखो कॉमन है, इदी कलैक्टर दे नाल भी तो कॉमन, मतलब ये लिए भी कॉमन है, ये भी देखो इधर भी BEC लिखिया, कलैक्टर नाल एमिटर, इदी इहदा अपना कलैक्टर का करंट होएगा IC। हुण जो इनपुट ग्राफ ड्रॉ करना किहदे विचकार करोगे, IV वर्सिस BBE, तो कॉन्सटेंट की रखोगे BCE। बस यही चीज़ां जे पता चल गई, इनपुट करैक्टरिस्टिक्स चो क्वेश्चन पूछ लिया जाता। आउटपुट लई की इधर जो तुसी आउटपुट करना उदों ग्राफ किहदे विचकार ड्रॉ करोगे, BCE वर्सिस IC, ठीक है। तो
ਕਾਂਸਟੈਂਟ ਕੀ ਰੱਖੋਗੇ ਬੇਸ ਦਾ ਕਰੰਟ। ਮਤਲਬ ਜਦੋਂ ਇਨਪੁਟ ਹੁੰਦੀ ਹੈ ਨਾ, ਇਨਪੁਟ 'ਚ ਕਰੰਟ ਵਰਸਿਸ ਵੋਲਟੇਜ ਗ੍ਰਾਫ ਡਰਾ ਹੁੰਦਾ ਤੇ ਆਊਟਪੁੱਟ ਵੋਲਟੇਜ ਕਾਂਸਟੈਂਟ ਰਹਿੰਦੀ ਹੈ। ਜਦੋਂ ਆਊਟਪੁੱਟ ਦਾ ਗ੍ਰਾਫ ਡਰਾ ਕਰਦੇ ਹੋ ਤੇ ਇਹ ਨਾ ਦੋਨਾਂ ਵਿਚਕਾਰ ਯਾਨੀ ਵੋਲਟੇਜ ਵਰਸਿਸ ਕਰੰਟ ਹੀ ਹੋਏਗਾ, ਬਟ ਉਸ ਟਾਈਮ ਇੱਧਰ ਇਨਪੁੱਟ ਵਾਲਾ ਕਰੰਟ ਕਾਂਸਟੈਂਟ ਰਹਿੰਦਾ। ਇਹ ਫਰਕ ਆਉਂਦਾ ਇਹਦੇ ਵਿੱਚ। ਕਲੀਅਰ ਇਹ ਚੀਜ਼ਾਂ ਦਾ। ਹੁਣ ਦੇਖੋ ਇੱਥੇ ਗ੍ਰਾਫ ਦੇਖੋ, ਇਨਪੁੱਟ ਕਰੈਕਟਰਿਸਟਿਕਸ। ਇਨਪੁੱਟ ਲਈ ਗ੍ਰਾਫ ਕਿਹ 'ਚ ਡਰਾ ਹੋਇਆ BBE ਵਰਸਿਸ IB, ਬੇਸ ਦਾ ਕਰੰਟ ਵਰਸਿਸ ਬੇਸ ਐਮੀਟਰ ਵੋਲਟੇਜ, ਤੇ ਕਾਂਸਟੈਂਟ ਕੀ ਰਿਹਾ BCE। ਠੀਕ ਹੈ। ਸੋ ਇੱਦਾਂ ਜਦੋਂ ਆਪਾਂ ਕਰਾਂਗੇ ਆਊਟਪੁੱਟ ਕਰੈਕਟਰਿਸਟਿਕਸ, ਆਊਟਪੁੱਟ ਲਈ ਗ੍ਰਾਫ ਕਿਹ 'ਚ ਡਰਾ ਹੋਏਗਾ BCE, ਯਾਨੀ ਕਲੈਕਟਰ ਦੀ ਜਿਹੜੀ ਤੁਹਾਡੇ ਕੋਲ ਸੀ ਇੱਥੇ ਨਾਲ ਕਲੈਕਟਰ ਦਾ ਕਰੰਟ ਆਊਟਪੁੱਟ ਤੇ ਜੋ ਸੀ, ਤੇ ਕਾਂਸਟੈਂਟ ਕੀ ਰਹੇਗਾ ਬੇਸ ਦਾ ਕਰੰਟ। IB ਕੀ ਰਹੇਗਾ ਕਾਂਸਟੈਂਟ। ਕਿੱਥੇ ਲਿਖਿਆ ਹੋਏਗਾ ਐਟ ਕਾਂਸਟੈਂਟ IB। ਠੀਕ ਹੈ। ਇਹਦੇ ਵਿੱਚ ਵੀ 3 ਰੀਜ਼ਨ ਬਣਦੇ ਆ, ਐਕਟਿਵ ਰੀਜ਼ਨ, ਕੱਟ ਆਫ ਰੀਜ਼ਨ, ਸੈਚੂਰੇਸ਼ਨ ਰੀਜ਼ਨ। ਠੀਕ ਹੈ। ਇਹਦੇ ਵਿੱਚ ਐਮੀਟਰ ਜੰਕਸ਼ਨ ਫਾਰਵਰਡ, ਕਲੈਕਟਰ ਜੰਕਸ਼ਨ ਰਿਵਰਸ ਬਾਇਸ। ਠੀਕ ਹੈ। ਬਾਕੀ ਉਹੀ ਚੀਜ਼ਾਂ ਬਾਰ-ਬਾਰ ਜਿਹੜੀਆਂ ਆ ਥੋੜਾ ਹੋਏਗਾ, ਬਟ ਤੁਸੀਂ ਇਹਨਾਂ ਨੂੰ ਇੰਨਾ ਧਿਆਨ ਨਹੀਂ ਦੇਣਾ ਹੈਗਾ। ਮੇਨ ਤੁਸੀਂ ਉਹਨਾਂ ਤੇ ਧਿਆਨ ਰੱਖਣਾ। ਬਾਕੀ ਜੇ ਇਹਨਾਂ ਨੇ ਇਹ ਚੀਜ਼ਾਂ ਆਪ ਸਟੱਡੀ ਕਰਨੀਆਂ ਵੀ ਹੋਈਆਂ, ਬੁੱਕ ਤੁਹਾਡੇ ਸਾਹਮਣੇ ਤੁਸੀਂ ਕਰ ਵੀ ਸਕਦੇ ਹੋ। ਠੀਕ ਹੈ। ਮੈਨੂੰ ਜਿੰਨਾ ਸਫੀਸ਼ੀਐਂਟ ਲੱਗਾ ਮੈਂ ਤਾਂ ਉਨਾ ਹੀ ਕਰਵਾ ਰਹੀ ਹਾਂ। ਨੈਕਸਟ ਇਹਦੇ ਵਿੱਚ ਹੋਰ ਦੇਖ ਲੈਂਦੇ ਆਪਾਂ, ਇੰਪੋਰਟੈਂਸ ਆਫ ਟ੍ਰਾਂਜ਼ਿਸਟਰ ਕਰੈਕਟਰਿਸਟਿਕਸ ਅਲਫਾ ਐਂਡ ਬੀਟਾ ਟ੍ਰਾਂਜ਼ਿਸਟਰ ਇਹਦੇ ਵਿੱਚ ਆਉਂਦੀਆਂ ਆ। ਅੱਛਾ ਹਾਂ, ਇਹਦੇ ਵਿੱਚ ਇੱਕ ਤੁਹਾਨੂੰ ਜਦੋਂ ਰੈਜ਼ਿਸਟੈਂਸ ਦੀ ਗੱਲ ਹੋਏਗੀ ਤੁਹਾਨੂੰ ਪਤਾ ਹੀ ਆ V = ਕੀ ਹੁੰਦਾ IR। ਠੀਕ ਹੈ। V = IR ਓਮਸ ਲਾ ਤੋਂ, ਤੇ R ਕੀ ਹੋਏਗੀ V/I। ਇਹਦਾ ਚੀਜ਼ ਕਲੀਅਰ ਹੈ ਨਾ ਤੁਹਾਨੂੰ। ਦੇਖੋ R = ਜਦੋਂ ਆਪਾਂ ਗੱਲ ਕਰਨੀ ਆ ਦੈਟ ਇਜ਼ ਇਕੁਅਲ ਟੂ ਕੀ ਲੈਣਾ V/I। ਜਦੋਂ ਆਊਟਪੁੱਟ ਦੀ ਗੱਲ ਹੋਏਗੀ, ਹੁਣ ਆਊਟਪੁੱਟ ਦੀ ਵੋਲਟੇਜ ਕਿਹੜੀ ਸੀ ਧਿਆਨ ਨਾਲ ਦੇਖੋ, ਇਹ ਆਊਟਪੁੱਟ ਦੀ ਵੋਲਟੇਜ ਕਿਹੜੀ ਸੀ ਐਮੀਟਰ ਕਲੈਕਟਰ। ਠੀਕ ਹੈ। ਤੇ ਆਊਟਪੁੱਟ ਕਰੰਟ ਕਿਹੜਾ ਸੀ IC। ਸੋ ਇਹ ਹੋ ਗਿਆ। ਕਾਂਸਟੈਂਟ ਕੀ ਸੀ IB। ਇਹਦੀ ਜੇ ਇਨਪੁੱਟ ਦੀ ਰੈਜ਼ਿਸਟੈਂਸ ਕੱਢਣੀ ਤੁਸੀਂ। ਠੀਕ ਹੈ। ਤੇ ਦੇਖੋ ਇਨਪੁੱਟ ਦੀ ਰੈਜ਼ਿਸਟੈਂਸ, ਜਦੋਂ ਇਨਪੁੱਟ ਦੀ ਰੈਜ਼ਿਸਟੈਂਸ ਦੀ ਗੱਲ ਆਈ, ਹੁਣ ਇਨਪੁੱਟ ਦੇ ਵਿੱਚ ਇਨਪੁੱਟ ਦੀ ਵੋਲਟੇਜ ਕਿਹੜੀ ਸੀ BVE, ਤੇ ਇਨਪੁੱਟ ਦਾ ਕਰੰਟ ਕੀ ਸੀ IB, ਤੇ ਕਾਂਸਟੈਂਟ ਕੀ ਰੱਖਣਾ BCE ਬਸ। ਠੀਕ ਹੈ। ਇਹਦੀ ਤੁਹਾਨੂੰ ਜਿਹੜਾ ਮਰਜ਼ੀ ਨਿਊਮੈਰੀਕਲ ਪੁੱਛ ਲਵੇ ਉਹ ਤੁਹਾਨੂੰ ਦੱਸ ਦੇਗਾ ਕਿ ਹਾਂ ਇੰਨੇ ਤੱਕ ਨਿਊਮੈਰੀਕਲ ਦੇਖ ਵੀ ਲੈਂਦੇ ਆ। ਦ ਇਨਪੁੱਟ ਕਰੈਕਟਰਿਸਟਿਕਸ ਕਿਹਦੀਆਂ ਆ PNP ਟ੍ਰਾਂਜ਼ਿਸਟਰ ਇਨ ਕਾਮਨ ਬੇਸ। ਫਟਾਫਟ ਤੁਸੀਂ ਬਣਾ ਲੈਣਾ। ਕਾਮਨ ਐਮੀਟਰ ਦੀ ਗੱਲ ਕੀਤੀ, ਕਾਮਨ ਐਮੀਟਰ ਇੱਥੇ ਹੋ ਗਿਆ, ਬੇਸ ਫਿਰ ਕੀ ਹੋਏਗਾ ਕਲੈਕਟਰ। ਉਹਨੇ ਗੱਲ ਕਿਹਦੀ ਕੀਤੀ ਆ PNP। ਠੀਕ ਹੈ। PNP ਉਹਨੇ ਕੀ ਪੁੱਛਿਆ ਡਿਟਰਮਾਈਨ ਦ ਡਾਇਨਾਮਿਕ ਇਨਪੁੱਟ ਰੈਜ਼ਿਸਟੈਂਸ ਪਤਾ ਕਰਨੀ। ਹੁਣ ਪਤਾ ਲੱਗਿਆ ਇਨਪੁੱਟ ਇੱਧਰ ਹੀ ਹੋਏਗੀ ਐਮੀਟਰ ਦੇ ਬੇਸ ਦੇ ਵਿਚਕਾਰ, ਤੇ ਉਹ ਕਿਹਦੇ ਵਿੱਚ ਗ੍ਰਾਫ ਡਰਾ ਹੋਏਗਾ ਇੱਧਰ ਐਮੀਟਰ ਬੇਸ ਵੋਲਟੇਜ ਤੇ ਬੇਸ ਦਾ ਕਰੰਟ। ਠੀਕ ਹੈ। ਇੱਦਾਂ ਹੀ ਅਸੀਂ ਡਰਾ ਕਰਦੇ ਹਾਂ ਨਾ। ਇਹਦੇ ਵਿੱਚ ਟ੍ਰਾਂਜ਼ਿਸਟਰ ਇਨ ਕਾਮਨ ਐਮੀਟਰ ਕਨਫੀਗਰੇਸ਼ਨ, ਕਾਮਨ ਐਮੀਟਰ ਦੀ ਗੱਲ ਕੀਤੀ ਹੈ। ਠੀਕ ਹੈ। ਜਿੱਦਾਂ ਵਾਲਾ ਸਾਡਾ ਸੀਗਾ ਨਾ ਕਾਮਨ ਐਮੀਟਰ, ਤੇ ਉਹਦੀ ਇਨਪੁੱਟ ਦੇਖ ਲਓ ਇੱਧਰ ਕੀ ਸੀ BBE/IB। ਠੀਕ ਹੈ। ਇਨਪੁੱਟ ਰੈਜ਼ਿਸਟੈਂਸ ਉਹਨੇ IE ਦਿੱਤਾ ਹੋਇਆ, ਐਮੀਟਰ ਦਾ ਕਰੰਟ ਦਿੱਤਾ ਹੋਇਆ 0.5 ਐਂਡ BCE ਦਿੱਤਾ ਹੋਇਆ। IC ਹੈਗਾ 0.5 ਡੈਲਟਾ IE। ਅੱਛਾ ਇੱਧਰ ਉਹਨੇ ਗ੍ਰਾਫ ਵੀ ਨਾਲ ਦਿੱਤਾ ਹੋਇਆ ਆ। ਦਿਸ ਇਜ਼ ਦਾ ਗ੍ਰਾਫ ਐਗਜ਼ਾਮਪਲ ਇਨਪੁੱਟ ਕਰੈਕਟਰਿਸਟਿਕਸ ਫਿਗਰ ਦੇ ਅਕੋਰਡਿੰਗ ਦਿੱਤਾ ਹੋਇਆ। ਦਿਸ ਫਿਗਰ ਇਹ ਵਾਲੀ ਦਿੱਤੀ ਹੋਈ ਆ। ਇਹਦੇ ਵਿੱਚ IC ਸਾਨੂੰ ਉਹਨੇ ਪ੍ਰੋਵਾਈਡਡ ਹੈਗਾ ਆ ਜਿਹੜਾ ਕਲੈਕਟਰ ਦਾ ਦਿੱਤਾ ਹੋਇਆ 0.5 ਅਰਾਊਂਡ IC 0.5 ਮਿਲੀ ਐਂਪੀਅਰ ਡੈਲਟਾ IE ਚੇਂਜ ਇਨ IE। ਠੀਕ ਹੈ। ਇੱਥੋਂ ਉਹਨੇ ਮੇਜ਼ਰ ਕਰ ਲਿਆ 0.4। ਸਾਨੂੰ ਦਾ ਪੇਪਰ 'ਚ ਦਾ ਕਰਵ ਵਾਲਾ ਕੋਈ ਸਮ ਨਹੀਂ ਆਏਗਾ। ਠੀਕ ਹੈ। ਸਾਨੂੰ ਸਿੰਪਲੀ ਆਣਗੇ BCV -10 ਵੋਲਟ ਡੈਲਟਾ BEB is 0.7 - 0.62। ਠੀਕ ਹੈ। ਇਹ ਵਾਲੀ ਚੀਜ਼ ਆ ਜਾਂਦੀ ਹੈ। ਉਸ ਤੋਂ ਬਾਅਦ ਇਹਨਾਂ ਦਾ ਡਿਫਰੈਂਸ ਜਿਹੜਾ ਦੇਖ ਲਿਆ ਹੋਇਆ ਦੈਟ ਇਜ਼ 0.08 ਵੋਲਟ ਰੈਜ਼ਿਸਟੈਂਸ ਡੈਲਟਾ BEV ਡੈਲਟਾ IE। ਉਹਨੇ ਇਸ ਕਰਵ ਦੇ ਵਿੱਚ ਪੁੱਛਿਆ, ਇਸ ਲਈ ਆਪਾਂ ਕੀ ਕਰਤਾ ਡੈਲਟਾ IE ਇਹ ਦਿੱਤਾ ਹੋਇਆ VE 0.08, ਇਹਨੂੰ ਮਾਈਨਸ ਕਰਕੇ ਆ ਗਿਆ। ਠੀਕ ਹੈ। ਤੇ ਨਾਲ ਸਾਡੇ ਕੋਲ ਵੈਲਿਊ ਦਿੱਤੀ ਹੈ ਡੈਲਟਾ IE ਦੈਟ ਇਜ਼ ਇਕੁਅਲ ਟੂ 0.4। ਬਸ ਇੱਦਾਂ ਆਪਾਂ ਕਰ ਲੈਣਾ। ਇੱਥੇ ਪੁਆਇੰਟਸ ਦਿੱਤਾ ਨਾ 0.5 0.6 0.7 ਦਿਸ ਇਜ਼ 0.4 0.3 ਚੇਂਜ ਕਰ ਲਿਆ 0.3 ਮਾਈਨਸ ਇੱਥੇ 0.7 ਸੀ ਤੇ 0.7 ਮਾਈਨਸ 0.3 ਇੱਦਾਂ ਇੱਧਰ ਵੋਲਟੇਜ ਦਾ ਦੇਖਿਆ। ਸੋ ਇੱਦਾਂ ਦਾ ਵੈਸੇ ਸਾਨੂੰ ਗ੍ਰਾਫ ਵਾਲਾ ਨਹੀਂ ਆਏਗਾ। ਠੀਕ ਹੈ। ਸੋ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਬਟ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਫਾਰਮੂਲੇਜ਼ ਜਿਹੜੇ ਅਲੱਗ-ਅਲੱਗ ਹੁੰਦੇ ਆ ਉਹਦੇ ਅਕੋਰਡਿੰਗ। ਠੀਕ ਹੈ। ਨੈਕਸਟ ਅਲਫਾ ਬੀਟਾ ਆ ਜਾਂਦਾ ਆ। ਫਾਰਵਰਡ ਕਰੰਟ ਟ੍ਰਾਂਸਫਰ ਰੇਸ਼ੋ CB ਕਾਮਨ ਬੇਸ ਦੇ ਲਈ ਪਹਿਲਾਂ ਗੱਲ ਕੀਤੀ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ DC ਕਰੰਟ ਗੇਨ ਦੀ ਗੱਲ ਕੀਤੀ ਜਿਹਨੂੰ ਅਲਫਾ DC ਕਹਿੰਦੇ ਆ। ਦੇਖੋ ਗੇਨ ਕੀ ਹੋਏਗਾ ਆਊਟਪੁੱਟ ਅਪੋਨ ਇਨਪੁੱਟ। ਠੀਕ ਹੈ। DC ਗੇਨ ਦੀ ਗੱਲ ਕੀਤੀ ਦੈਟ ਇਜ਼ ਆਊਟਪੁੱਟ ਅਪੋਨ ਇਨਪੁੱਟ। ਆਊਟਪੁੱਟ ਕਿਤੇ ਮਿਲੇਗੀ ਸਾਨੂੰ ਕਾਮਨ ਬੇਸ ਆ ਨਾ ਕਰਵਾ ਦਿੱਤਾ। ਉੱਥੇ ਜਾ ਕੇ ਵਾਪਸ ਦੇਖਿਓ ਜਿੱਥੇ ਡਾਇਗਰਾਮ ਨਾਲ ਡਰਾ ਕੀਤੀ ਆ। ਕਲੈਕਟਰ ਤੇ ਆਊਟਪੁੱਟ ਅਪੋਨ ਐਮੀਟਰ ਤੇ ਕੀ ਸੀਗੀ ਇਨਪੁੱਟ।
क्योंकि बेस तो कॉमन हो गया ना, कॉमन बेस के केस इनपुट एमिटर ते सी, कलैक्टर ते आउटपुट, सो अल्फा की बन गया IC अपॉन IE, दिस इज द DC करंट गेन। ठीक है, ये थोड़िया जिहियां चीज़ां जिहड़ियां तुहानूं बिल्कुल ये क्लीयर होनी चाहिए, पता होनी चाहिए। ठीक है, कि तां ही फिर अगे अगे नाल चीज़ां जिहड़ियां क्लीयर होंदियां। ठीक है, इनू आप लिखते हैं अल्फा DC, वेयर IC इज द DC कलैक्टर करंट। ठीक है, ते IE होएगा एमिटर। नैक्सट इज इदां AC करंट गेन दस्सिया होया अल्फा AC। अल्फा AC दे लिए आप चेंज देख लेना। ठीक है, द रेशो ऑफ चेंज इन कलैक्टर करंट टू द चेंज इन एमिटर करंट। इतने चेंज की गल हो जाती है जो कॉमन तुहानूं पता CB की होएगी उत्थे कॉन्सटेंट, करैक्टरिस्टिक्स तुसीं जाके देखियो तुहानूं बिल्कुल ही क्लीयर हो जाएगा। सो इस विच चेंज आ, उहदे विच सिंपल आ। DC दे विच की कीता, सिंपल रेशो है एमिटर करंट कलैक्टर करंट टू दी एमिटर करंट। ठीक है, जो AC करंट गेन देखते हैं आपां उहदे विच चेंज देख लैंदे कि कितना उत्थे की आया, चेंज कितना आया। ठीक है, इदां जे ये सीगी कॉमन बेस ਲਈ, इदां कॉमन एमिटर ਲਈ देख लोगे। कॉमन एमिटर ਲਈ ਤੁਸੀਂ DC करंट गेन करना, ਉਹਨੂੰ ਨਾਮ ਦਿੰਦੇ बीटा। कॉमन बेस ਦੇ ਵਿੱਚ ਨਾਮ ਦਿੰਦੇ ਆ ਅਸੀਂ अल्फा, कॉमन एमिटर ਦੇ ਵਿੱਚ ਇਹਨੂੰ ਕੀ ਲਿਖਦੇ ਆ बीटा। सेम ਹੋਏਗਾ। ਹੁਣ ਦੇਖੋ आउटपुट करंट ਜਦੋਂ कॉमन एमिटर ਸੀਗਾ, ਜਦੋਂ ਸਾਡੇ ਕੋਲ एमिटर कॉमन ਸੀਗਾ, ਉਦੋਂ आउटपुट कहते ਸੀ कलैक्टर ਤੇ, बट इनपुट कहते ਸੀ बेस ਤੇ। सो ਉਹਦੇ ਅਕੋਰਡਿੰਗ ਹੀ देखो ਤੇ ਕੀ ਹੋ ਗਿਆ IC अपॉन IB। कलैक्टर के आउटपुट सी, क्योंकि एमिटर तो हुण कॉमन है ना, तो इनपुट कहते आ गई बेस, तो इदी AC जो करंट गेन करना वो डेल्टा आ जाएगा, डेल्टा IC अपॉन डेल्टा IB। सो वैरी इंपॉर्टेंट, दिस इज द रिलेशन बिटवीन अल्फा एंड बीटा। चो कोई आया भी सीगा, सानू पता IE इज इक्वल टू किंदा IB प्लस IC, डेल्टा E इज इक्वल डेल्टा IB प्लस डेल्टा IC, सारे डिवाइड किया डेल्टा IC ना। ठीक है, एक किहदी वैल्यू सी, डेल्टा आके देख लो 1 अल्फा किया ना हुणे आपां, ये किहदी सी बीटा, 1 बीटा देखो तुहाडे सामने ही पई आ। ठीक है, 1 बीटा हो जाएगा +1, सारा सॉल्व करके साढ़े को आ जाएगा बीटा इज इक्वल टू अल्फा अपॉन 1 माइनस अल्फा। दिस इज वेरी 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 इंपॉर्टेंट, मास्टर केडर च भी 2 बार रिवाइज हो चुका। सो के तो अल्फा की आ, अल्फा की आ गेन जड़ा आ इन केस ऑफ कॉमन बेस, एंड बीटा गेन इन केस ऑफ कॉमन एमिटर। हुण ये चीज़ां क्लीयर हुई, तुहानूं ये इंपॉर्टेंट है, इन्हों बिल्कुल इग्नोर नहीं करना, क्योंकि ये फॉर्मूले जड़े आ ये सीधा ही पूछा गया सीगा कि हाँ जी किन्नी ये बीटा ते अल्फा दे विच की जिहड़ा रिलेशन हुंदा है, डायरैक्ट सीधा ही क्वेश्चन सीगा इहदे विच। ठीक है, बाकी इहदे विचों कुछ जिहड़े न्यूमेरिकल भी डायरैक्ट जिहड़े हो सकदा पूछे जा सकदे। एक न्यूमेरिकल दे दिया एग्जाम्पल नंबर 3.2, इन अ कॉमन बेस सर्किट अल्फा इज इक्वल टू देता 0.96 इफ बेस करंट इज, बेस का करंट दस्सिया होया ने 60 माइक्रो एम्पीयर। ठीक है, वट इज द एमिटर करंट पूछा, कलैक्टर करंट। देखो अल्फा की वैल्यू दी, आप डाटा लिख लिया, IB दिता लिख लिया, माइक्रो नाल चेंज कर लिया। ठीक है, मिली एम्पीयर दे विच कर लिया आप। IE इज इक्वल टू IB प्लस IC, ये फॉर्मूला आप पढ़ के आए। ठीक है, इत्थे हो गया IE इज इक्वल टू IB। हुण इत्थे देखो की सीगा कॉमन बेस, कॉमन बेस के केस च असीं अल्फा लैंदे आ, अल्फा इज इक्वल टू IC अपॉन IE। देखो कॉमन बेस के अल्फा इज इक्वल टू IC अपॉन IE फॉर्मूला करके है ना, बेस कॉमन आ तो आउटपुट कहते होगी, कलैक्टर ते इनपुट कहते होगी, एमिटर ते IC अपॉन IE हो गया। इत्थों वैल्यू कढ़ ली आप, इत्थे वैल्यू IC दी कढ़ ली, अल्फा इंटू IE इत्थे पुट कर दी IC जगह अल्फा इंटू IE, IE वाले एक पासे लै गए आप, IE क्या गया IB अपॉन 1 माइनस अल्फा, IB की वैल्यू गिवन, अल्फा की वैल्यू गिवन, इदा असीं IE कढ़ लिया। तो IC की सी उन्हें फॉर्मूला IE इंटू अल्फा, तो अल्फा सानू पता है IE उन्हें सानू हुणे आपां कढ़िया तो इदा निकलेगा। सो इदा भी क्वेश्चन देखो जिहड़े हो जाने तुहानू फॉर्मूले पता होने चाहिए। ठीक है, सो ये वाला न्यूमेरिकल देख लेना, जो ज़्यादा असीं नहीं इत्थे देखने हैगे, जिहड़े सिंपल आ उही करांगे। ठीक है, सो इस वीडियो दे विच इन्ना बहुत है, कुछ होर मैनूं इंपॉर्टेंट लगेगा तो मैं नैक्सट वीडियो दे विच तुहानू दस्सांगी। ठीक है, थैंक्स फॉर वॉचिंग द वीडियो।